ਹੈਲੋ ਸਟੂਡੈਂਟਸ, ਪਿਛਲੀ ਕਲਾਸ ਦੇ ਵਿੱਚ ਆਪਾਂ ਫਿਰੋਜ਼ਦੀਨ ਸ਼ਰਫ ਜੀ ਦੀ ਕਵਿਤਾ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਪੜ੍ਹੀ ਸੀ, ਜਿਸ ਦੇ ਵਿੱਚ ਫਿਰੋਜ਼ਦੀਨ ਸ਼ਰਫ ਜੀ ਨੇ ਪੰਜਾਬ ਦੀ ਮਹੱਤਤਾ, ਉਹਨਾਂ ਦਾ ਪੰਜਾਬ ਪ੍ਰਤੀ ਪਿਆਰ ਜਾਂ ਪੰਜਾਬੀ ਭਾਸ਼ਾ ਦੇ ਨਾਲ ਉਹਨਾਂ ਦਾ ਦਿਲੀ ਪਿਆਰ ਨੂੰ ਵਰਣਨ ਕੀਤਾ ਸੀ ਵੀ ਕਿਸ ਤਰ੍ਹਾਂ ਉਹ ਪੰਜਾਬੀ ਭਾਸ਼ਾ ਦਾ ਮਾਣ ਅਤੇ ਸਤਿਕਾਰ ਕਰਦੇ ਹਨ ਅਤੇ ਉਹ ਦਿਲੋਂ ਇੱਛਾ ਰੱਖਦੇ ਹਨ ਕਿ ਇਸ ਭਾਸ਼ਾ ਨੂੰ ਸਾਰੇ ਦੇਸ਼ ਦੇ ਵਿੱਚ ਮਾਣ ਅਤੇ ਸਤਿਕਾਰ ਹਾਸਲ ਹੋਵੇ ਅਤੇ ਉਹ ਪੰਜਾਬ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ। ਅੱਜ ਆਪਾਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ। ਪ੍ਰਸ਼ਨ ਉੱਤਰ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਦਾ ਆਪਾਂ ਕੇਂਦਰੀ ਭਾਵ ਕਰਦੇ ਹਾਂ। ਕੇਂਦਰੀ ਭਾਵ ਦਾ ਮਤਲਬ ਇਹ ਹੁੰਦਾ ਹੈ ਕਿ ਉਸ ਕਵਿਤਾ ਦੇ ਵਿੱਚ ਕਵੀ ਕੀ ਕਹਿਣਾ ਚਾਹੁੰਦਾ ਹੈ, ਉਹਦਾ ਕੇਂਦਰ ਕੀ ਹੈ, ਉਸ ਜਿਹੜੀ ਸਾਰੀ ਕਵਿਤਾ ਹੈ ਕਿਸ ਕੇਂਦਰ ਦੁਆਲੇ ਘੁੰਮਦੀ ਹੈ। ਆਪਾਂ ਸਾਰ ਨਹੀਂ ਲਿਖਣਾ, ਸਿਰਫ ਕੇਂਦਰੀ ਭਾਵ ਦਾ ਮਤਲਬ ਉਹਦੇ ਵਿੱਚ ਕਵੀ ਕਹਿਣਾ ਕੀ ਚਾਹੁੰਦਾ ਹੈ। ਫਿਰੋਜ਼ਦੀਨ ਸ਼ਰਫ ਦੀ ਕਵਿਤਾ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਦਾ ਕੇਂਦਰੀ ਭਾਵ ਲਿਖੋ। ਕੇਂਦਰੀ ਭਾਵ ਮਤਲਬ ਉਹਦਾ ਕੇਂਦਰ, ਸੈਂਟਰ, ਉਸ ਭਾਸ਼ਾ ਦਾ ਸੈਂਟਰ ਕੀ ਹੈ, ਉਸ ਕਵਿਤਾ ਦਾ ਸੈਂਟਰ ਕੀ ਹੈ, ਕੀ ਕਹਿਣਾ ਚਾਹੁੰਦਾ ਹੈ। ਹਾਂਜੀ, ਫਿਰੋਜ਼ਦੀਨ ਸ਼ਰਫ ਦੀ ਗੱਲ ਕੀਤੀ ਹੈ। ਕਵੀ ਵੀ ਇੱਥੇ ਲਿਖ ਸਕਦੇ ਹੋ। ਕਵੀ ਭਾਵੇਂ ਹੋਰ ਭਾਸ਼ਾਵਾਂ ਵੀ ਜਾਣਦਾ ਹੈ ਪਰ ਉਸ ਦਾ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਦਿਲੀ ਪਿਆਰ ਹੈ। ਕਵੀ ਕਹਿੰਦਾ, ਸ਼ਰਫ ਜੀ ਕਹਿੰਦੇ ਵੀ ਭਾਵੇਂ ਮੈਨੂੰ ਹਿੰਦੀ, ਉਰਦੂ ਅਤੇ ਅੰਗਰੇਜ਼ੀ ਇਹ ਭਾਸ਼ਾਵਾਂ ਵੀ ਆਉਂਦੀਆਂ ਹਨ, ਪਰੰਤੂ ਉਸਦਾ ਸਭ ਤੋਂ ਜ਼ਿਆਦਾ ਪਿਆਰ ਆਪਣੀ ਪੰਜਾਬੀ ਭਾਸ਼ਾ ਦੇ ਨਾਲ ਹੈ। ਉਸ ਦੀ ਇੱਛਾ ਹੈ ਕਿ ਪੰਜਾਬੀ ਨੂੰ ਦੇਸ਼ ਵਿੱਚ ਮਾਣ ਪ੍ਰਾਪਤ ਹੋਵੇ, ਪੰਜਾਬੀ ਭਾਸ਼ਾ ਨੂੰ ਦੇਸ਼ ਵਿੱਚ ਮਾਣ ਅਤੇ ਸਤਿਕਾਰ ਹਾਸਲ ਹੋਵੇ। ਉਸ ਨੂੰ ਪੰਜਾਬ ਵਿੱਚ ਰਹਿੰਦਿਆਂ ਯੂਪੀ ਦੀ ਭਾਸ਼ਾ ਹਿੰਦੀ ਵਿੱਚ ਗੱਲ ਕਰਨੀ ਪਸੰਦ ਨਹੀਂ। ਉਹ ਉਹਨਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਹੜੇ ਪੰਜਾਬ ਵਿੱਚ ਰਹਿੰਦੇ ਹੋਏ ਹਿੰਦੀ ਭਾਸ਼ਾ ਦੀ ਵਰਤੋਂ ਕਰਦੇ ਹਨ, ਹਿੰਦੀ ਵਿੱਚ ਬੋਲਦੇ ਹਨ, ਹਿੰਦੀ ਵਿੱਚ ਗੱਲ ਕਰਦੇ ਹਨ। ਕਹਿੰਦੇ ਉਹਨਾਂ ਲੋਕਾਂ ਦੇ ਨਾਲ ਉਸ ਦਾ ਮਤਲਬ ਪਿਆਰ ਨਹੀਂ ਹੈ, ਉਹ ਇਸ ਗੱਲ ਨੂੰ ਚੰਗਾ ਨਹੀਂ ਸਮਝਦਾ। ਕਹਿੰਦੇ ਹਿੰਦੀ ਭਾਸ਼ਾ ਦਾ ਯੂਪੀ ਦੇ ਲੋਕ ਬੋਲਦੇ ਹਨ ਜਾਂ ਬਾਹਰਲੇ ਹੋਰ ਰਾਜਾਂ ਦੇ ਲੋਕ ਬੋਲਦੇ ਹਨ, ਪਰੰਤੂ ਪੰਜਾਬ ਵਿੱਚ ਰਹਿੰਦਿਆਂ ਹੋਏ ਹਿੰਦੀ ਭਾਸ਼ਾ ਵਿੱਚ ਜੋ ਗੱਲ ਕਰਦੇ ਆ ਤਾਂ ਉਸ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ। ਕਹਿੰਦੇ ਮੈਂ ਪੰਜਾਬ ਦਾ ਸੇਵਕ ਸ਼ਰਫ ਹਮੇਸ਼ਾ ਹੀ ਮਾਂ ਬੋਲੀ ਪੰਜਾਬੀ ਦੀ ਖੈਰ ਮੰਗਦਾ ਹਾਂ। ਕਹਿੰਦੇ ਜੇ ਆਪਾਂ ਪੰਜਾਬ ਦੇ ਲੋਕ ਹੀ ਪੰਜਾਬੀ ਭਾਸ਼ਾ ਦਾ ਇਸ ਤਰ੍ਹਾਂ ਤਿਰਸਕਾਰ ਕਰਦੇ ਰਹੇ, ਇਸ ਨੂੰ ਆਪਾਂ ਵਿਸਾਰਦੇ ਰਹੇ ਤਾਂ ਹੋਰ ਕੌਣ ਸਾਡੀ ਭਾਸ਼ਾ ਦਾ ਸਤਿਕਾਰ ਕਰੂਗਾ। ਇਸ ਕਰਕੇ ਉਹ ਕਹਿੰਦੇ ਵੀ ਮੈਂ ਪੰਜਾਬ ਦਾ ਸੇਵਕ ਹਾਂ, ਮੈਂ ਪੰਜਾਬ ਦਾ ਰਹਿਣ ਵਾਲਾ, ਪੰਜਾਬ ਦਾ ਸੇਵਕ ਹਮੇਸ਼ਾ ਹੀ ਆਪਣੀ ਮਾਂ ਬੋਲੀ ਪੰਜਾਬੀ ਦੀ ਖੈਰ ਮੰਗਦਾ ਹਾਂ। ਇਸ ਵਿੱਚ ਕਵਿਤਾ ਦੇ ਵਿੱਚ ਫਿਰੋਜ਼ਦੀਨ ਸ਼ਰਫ ਜੀ ਦਾ ਮੇਨ ਸੈਂਟਰ, ਉਹਨਾਂ ਦਾ ਕੀ ਸੀਗਾ, ਕੇਂਦਰ ਕੀ ਸੀਗਾ, ਪੰਜਾਬੀ ਭਾਸ਼ਾ 'ਤੇ ਜ਼ੋਰ ਦਿੱਤਾ ਹੈ ਕਿ ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚ ਰਹਿੰਦਿਆਂ ਹੀ ਇਕੱਲਾ ਮਾਣ ਅਤੇ ਸਤਿਕਾਰ ਨਹੀਂ ਮਿਲਣਾ ਚਾਹੀਦਾ, ਬਲਕਿ ਸਾਰੇ ਦੇਸ਼ ਵਿੱਚ ਇਸ ਨੂੰ ਮਾਣ ਅਤੇ ਸਤਿਕਾਰ ਹਾਸਲ ਹੋਣਾ ਚਾਹੀਦਾ ਹੈ। ਅਤੇ ਇਹ ਫਿਰ ਹੀ ਸੰਭਵ ਹੈ ਜੇ ਪੰਜਾਬ ਵਿੱਚ ਰਹਿੰਦੇ ਹੋਏ ਸਾਰੇ ਲੋਕ ਹੀ ਪੰਜਾਬੀ ਵਿੱਚ ਗੱਲ ਕਰਨ, ਪੰਜਾਬੀ ਦੇ ਵਿੱਚ ਹੀ ਆਪਣਾ ਭਾਸ਼ਾ ਦਾ ਉਚਾਰਨ ਕਰਨ। ਹਾਂਜੀ, ਇਸ ਦੀ ਵਿਸ਼ੇਸ਼ ਟਿੱਪਣੀ ਵਿੱਚ ਸਾਰਾ ਸਾਰ ਆ ਜਾਂਦਾ ਹੈ। ਕੀ ਕਹਿਣਾ ਚਾਹੁੰਦੇ ਹੈ, ਫਿਰੋਜ਼ਦੀਨ ਸ਼ਰਫ ਨੇ ਇਸ ਕਵਿਤਾ ਵਿੱਚ ਸਾਨੂੰ ਹੋਰ ਬੋਲੀਆਂ ਦੇ ਨਾਲ ਨਾਲ ਆਪਣੀ ਮਾਂ ਬੋਲੀ ਪੰਜਾਬੀ ਨੂੰ ਪੂਰਾ ਸਨਮਾਨ ਦੇਣ ਲਈ ਪ੍ਰੇਰਿਤ ਕਰਨ ਦਾ ਯਤਨ ਕੀਤਾ ਹੈ। ਕਹਿੰਦੇ ਆਪਾਂ ਹੋਰ ਬੋਲੀਆਂ, ਹੋਰ ਆਪਣੀ ਭਾਸ਼ਾਵਾਂ ਦਾ ਵੀ ਗਿਆਨ ਹੋਣਾ ਚਾਹੀਦਾ ਹੈ, ਪਰੰਤੂ ਇਹਦੇ ਨਾਲ ਇਹ ਨਹੀਂ ਵੀ ਅਸੀਂ ਆਪਣੀ ਪੰਜਾਬੀ ਭਾਸ਼ਾ ਨੂੰ ਸਨਮਾਨ ਦੇਣਾ ਬੰਦ ਕਰ ਦਈਏ। ਉਹ ਸਾਨੂੰ ਆਪਣੀ ਮਾਂ ਬੋਲੀ ਦੀ ਮਹੱਤਤਾ ਨੂੰ ਪਛਾਣਨ ਲਈ ਕਹਿੰਦੇ ਹਨ। ਕਹਿੰਦੇ ਜਿਸ ਇਨਸਾਨ ਨੇ ਆਪਣੀ ਮਾਂ ਬੋਲੀ ਨੂੰ ਵਿਸਾਰਤਾ, ਸਮਝੋ ਉਸਨੇ ਆਪਣੀ ਮਾਂ ਨੂੰ ਪਛਾੜ ਦਿੱਤਾ। ਕਵੀ ਅਨੁਸਾਰ ਆਪਣੀ ਮਾਂ ਬੋਲੀ ਨੂੰ ਭੁਲਾ ਕੇ ਜ਼ਿੰਦਗੀ ਵਿੱਚ ਤਰੱਕੀ ਬਾਰੇ ਸੋਚਣਾ ਵੀ ਵਿਅਰਥ ਹੈ। ਕਹਿੰਦੇ ਜੇ ਤੁਹਾਨੂੰ ਐਂ ਲੱਗਦਾ ਨਾ ਵੀ ਪੰਜਾਬੀ ਭਾਸ਼ਾ ਨੂੰ ਅਸੀਂ ਪਿੱਛੇ ਛੱਡ ਕੇ ਅਸੀਂ ਹੋਰ ਭਾਸ਼ਾਵਾਂ ਵਿੱਚ ਗੱਲ ਕਰਕੇ ਅਸੀਂ ਜ਼ਿੰਦਗੀ ਵਿੱਚ ਤਰੱਕੀ ਹਾਸਲ ਕਰ ਸਕਦੇ ਹਾਂ, ਤਾਂ ਇਹ ਤੁਹਾਡੇ ਲਈ ਸੋਚਣਾ ਵੀ ਵਿਅਰਥ ਹੈ। ਆਪਸੀ ਸੰਚਾਰ ਲਈ ਮਾਂ ਬੋਲੀ ਹੀ ਢੁਕਵੀਂ ਭਾਸ਼ਾ ਹੁੰਦੀ ਹੈ। ਕਹਿੰਦੇ ਜੇ ਹੁਣ ਪੰਜਾਬ ਵਿੱਚ ਰਹਿਣ ਵਾਲੇ ਲੋਕ ਹੀ ਇੱਕ ਦੂਜੇ ਦੇ ਨਾਲ ਹਿੰਦੀ ਭਾਸ਼ਾ ਦੇ ਵਿੱਚ ਗੱਲ ਕਰ ਰਹੇ ਹੈ ਤਾਂ ਫਿਰ ਕਿਸ ਤਰ੍ਹਾਂ ਪੰਜਾਬੀ ਭਾਸ਼ਾ ਨੂੰ ਮਾਣ ਸਤਿਕਾਰ ਹੋਰਾਂ ਵਿੱਚ ਮਿਲੇਗਾ। ਕਹਿੰਦੇ ਆਪਾਂ ਆਪਣੇ ਪੰਜਾਬ ਵਿੱਚ ਰਹਿ ਕੇ ਆਪਸੀ ਜਦੋਂ ਗੱਲਬਾਤ ਕਰਨੀ ਹੈ ਤਾਂ ਆਪਣੀ ਮਾਂ ਬੋਲੀ ਦੇ ਵਿੱਚ ਤਾਂ ਗੱਲਬਾਤ ਕਰ ਸਕਦੇ ਹਾਂ। ਕਵੀ ਨੇ ਇਸ ਕਵਿਤਾ ਰਾਹੀਂ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨ ਦੀ ਗੱਲ ਕਹੀ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹ ਸਤਿਕਾਰ ਅਸੀਂ ਫੇਰ ਹੀ ਕਰ ਸਕਦੇ ਹਾਂ ਜੇ ਅਸੀਂ ਹੋਰ ਭਾਸ਼ਾਵਾਂ ਦਾ ਜਿਹੜਾ ਆਪਸੀ ਸੰਚਾਰ ਲਈ, ਗੱਲਬਾਤ ਲਈ ਹੋਰ ਭਾਸ਼ਾਵਾਂ ਨੂੰ ਛੱਡ ਕੇ ਆਪਣੀ ਮਾਂ ਬੋਲੀ ਦੀ ਵਰਤੋਂ ਕਰਾਂਗੇ। ਹਾਂਜੀ, ਇਹਦੇ ਨਾਲ ਅੱਜ ਆਪਾਂ ਸੰਬੰਧਿਤ ਪ੍ਰਸ਼ਨ ਉੱਤਰ ਕਰਾਂਗੇ। ਕਵੀ ਇਸ ਕਵਿਤਾ ਵਿੱਚ ਆਪਣੀ ਮਾਂ ਬੋਲੀ ਪ੍ਰਤੀ ਕੀ ਵਿਚਾਰ ਰੱਖਦਾ ਹੈ। ਕਵੀ ਇਸ ਕਵਿਤਾ ਵਿੱਚ ਆਪਣੀ ਮਾਂ ਬੋਲੀ ਪ੍ਰਤੀ ਆਸ਼ਾਵਾਦੀ, ਮਾਣ ਅਤੇ ਸਤਿਕਾਰ ਦਾ ਭਾਵ ਰੱਖਦਾ ਹੈ। ਕਿਸ ਚੀਜ਼ ਦਾ ਵਿਚਾਰ ਰੱਖਦਾ ਹੈ? ਆਸ਼ਾਵਾਦੀ, ਮਾਣ ਅਤੇ ਸਤਿਕਾਰ ਦਾ ਭਾਵ ਰੱਖਦਾ ਹੈ। ਕਵੀ ਕੀ ਕਹਿਣ ਤੋਂ ਨਹੀਂ ਸੰਗਦਾ? ਕਵੀ ਇਹ ਗੱਲ ਕਹਿਣ ਤੋਂ ਨਹੀਂ ਸੰਗਦਾ ਕਿ ਉਸ ਦਾ ਆਪਣੀ ਮਾਂ ਬੋਲੀ ਨਾਲ ਪਿਆਰ ਹੈ। ਉਹ ਆਪਣੇ ਆਪ ਨੂੰ ਪੰਜਾਬੀ ਕਹਿਣ ਤੋਂ ਵੀ ਨਹੀਂ ਸੰਗਦਾ।
ਕਹਿੰਦੇ ਮੈਨੂੰ ਮਾਣ ਹਾਸਲ ਹੁੰਦਾ ਜਦੋਂ ਮੈਂ ਕਿਸੇ ਨੂੰ ਕਹਿੰਦਾ ਕਿ ਮੈਂ ਪੰਜਾਬੀ ਹਾਂ ਅਤੇ ਮੈਂ ਆਪਣੀ ਮਾਂ ਬੋਲੀ ਦੇ ਨਾਲ ਪਿਆਰ ਕਰਦਾ ਹਾਂ। ਕਵੀ ਨੂੰ ਆਪਣੀ ਮਾਂ ਬੋਲੀ ਤੋਂ ਇਲਾਵਾ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਦਾ ਗਿਆਨ ਹੈ? ਕਵੀ ਨੂੰ ਆਪਣੀ ਮਾਂ ਬੋਲੀ ਤੋਂ ਇਲਾਵਾ ਉਰਦੂ, ਹਿੰਦੀ ਅਤੇ ਥੋੜ੍ਹਾ ਬਹੁਤ ਅੰਗਰੇਜ਼ੀ ਦਾ ਵੀ ਗਿਆਨ ਹੈ। ਸੂਫੀ ਕਵੀ ਵਾਰਿਸ ਸ਼ਾਹ ਅਤੇ ਬੁੱਲ੍ਹੇ ਸ਼ਾਹ ਦੇ ਪ੍ਰਤੀ ਕਵੀ ਕੀ ਵਿਚਾਰ ਰੱਖਦਾ ਹੈ? ਕਵੀ ਬੁੱਲ੍ਹੇ ਸ਼ਾਹ ਅਤੇ ਵਾਰਿਸ ਸ਼ਾਹ ਦੇ ਵਿਚਾਰਾਂ ਵਿੱਚ ਰੰਗ ਜਾਣਾ ਚਾਹੁੰਦਾ ਹੈ। ਕਵੀ ਬੁੱਲ੍ਹੇ ਸ਼ਾਹ ਅਤੇ ਵਾਰਿਸ ਸ਼ਾਹ ਦੇ ਵਿਚਾਰਾਂ ਵਿੱਚ ਰੰਗ ਜਾਣਾ ਚਾਹੁੰਦਾ ਹੈ, ਭਾਵ ਕਵੀ ਉਹਨਾਂ ਦੀਆਂ ਰਚਨਾਵਾਂ ਨੂੰ ਬਹੁਤ ਪਸੰਦ ਕਰਦਾ ਹੈ ਅਤੇ ਉਹਨਾਂ ਦੀ ਤਰ੍ਹਾਂ ਹੀ ਲਿਖਣਾ ਚਾਹੁੰਦਾ ਹੈ। ਕਹਿੰਦੇ ਉਹ ਜਿਸ ਤਰ੍ਹਾਂ ਵਾਰਿਸ ਸ਼ਾਹ ਅਤੇ ਬੁੱਲ੍ਹੇ ਸ਼ਾਹ ਨੇ ਆਪਣੀਆਂ ਕਵਿਤਾਵਾਂ ਲਿਖੀਆਂ ਹਨ, ਕਹਿੰਦੇ ਉਸੇ ਤਰ੍ਹਾਂ ਹੀ ਉਹ ਉਹਨਾਂ ਵਾਂਗ ਹੀ ਕਵਿਤਾਵਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਰੰਗ ਜਾਣਾ ਚਾਹੁੰਦਾ ਹੈ, ਬਲਕਿ ਉਸੇ ਤਰ੍ਹਾਂ ਹੀ ਲਿਖਣਾ ਚਾਹੁੰਦਾ ਹੈ। ਕਵੀ ਕਿਸ ਚੀਜ਼ ਦੀ ਖੈਰ ਮੰਗਦਾ ਹੈ? ਕਵੀ ਆਪਣੀ ਮਾਂ ਬੋਲੀ ਪੰਜਾਬੀ ਦੀ ਖੈਰ ਮੰਗਦਾ ਹੈ। ਇਸ ਤੋਂ ਇਲਾਵਾ ਆਪਾਂ ਹੋਰ ਪ੍ਰਸ਼ਨ ਕਰਾਂਗੇ। ਜਿਸ ਤਰ੍ਹਾਂ ਕਵਿਤਾ ਹੈ, ਕਵਿਤਾ ਦੀ ਲਾਈਨ ਦਿੱਤੀਆਂ ਹੋਈਆਂ, ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਿਕ ਮੁੱਢੋਂ ਮੈਂ ਇਸ ਉਮੀਦ ਦਾ ਹਾਂ, ਵਾਰਿਸ ਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ। ਹਾਂਜੀ, ਇਹਦੇ ਪ੍ਰਸ਼ਨ ਹੁਣ ਕਵਿਤਾ ਦੀ ਲਾਈਨ ਹੈ, ਉਹਦੇ ਨਾਲ ਸੰਬੰਧਿਤ ਪ੍ਰਸ਼ਨ ਹੈ, ਕਵੀ ਪੂਰੇ ਦੇਸ਼ ਅੰਦਰ ਪੰਜਾਬੀ ਭਾਸ਼ਾ ਨੂੰ ਕੀ ਦਰਜਾ ਦੇਣਾ ਚਾਹੁੰਦਾ ਹੈ? ਕੀ ਦਰਜਾ ਦੇਣਾ ਚਾਹੁੰਦਾ ਹੈ? ਕਵੀ ਪੂਰੇ ਦੇਸ਼ ਅੰਦਰ ਪੰਜਾਬੀ ਭਾਸ਼ਾ ਨੂੰ ਮਾਣ ਤੇ ਸਤਿਕਾਰ ਦਾ ਦਰਜਾ ਦੇਣਾ ਚਾਹੁੰਦਾ। ਦੇਖੋ ਕੀ ਹੈ, ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਕੀ ਦਰਜਾ ਦੇਣਾ ਚਾਹੁੰਦਾ ਹੈ ਕਿ ਇਸ ਪੰਜਾਬੀ ਭਾਸ਼ਾ ਨੂੰ ਪੂਰੇ ਦੇਸ਼ ਦੇ ਵਿੱਚ ਮਾਣ ਅਤੇ ਸਤਿਕਾਰ ਹਾਸਲ ਹੋਵੇ। ਕਵੀ ਵਾਰਿਸ ਸ਼ਾਹ ਤੇ ਬੁੱਲ੍ਹੇ ਸ਼ਾਹ ਦੇ ਰੰਗ ਅੰਦਰ ਕਿਉਂ ਰੰਗਿਆ ਹੋਇਆ ਹੈ? ਕਵੀ ਵਾਰਿਸ ਸ਼ਾਹ ਤੇ ਬੁੱਲ੍ਹੇ ਸ਼ਾਹ ਦੇ ਰੰਗ ਅੰਦਰ ਇਸ ਲਈ ਰੰਗਿਆ ਹੋਇਆ ਹੈ ਕਿਉਂਕਿ ਉਹ ਉਹਨਾਂ ਦੇ ਪੰਜਾਬੀ ਭਾਸ਼ਾ ਪ੍ਰਤੀ ਮਾਣ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ, ਕਿਉਂਕਿ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਪੰਜਾਬੀ ਭਾਸ਼ਾ ਦੀ ਰੰਗਤ ਆਉਂਦੀ ਹੈ, ਪੰਜਾਬੀ ਭਾਸ਼ਾ ਦੀ ਖੁਸ਼ਬੂ ਆਉਂਦੀ ਹੈ। ਕਿਹਨਾਂ ਦੀਆਂ ਕਵਿਤਾਵਾਂ ਵਿੱਚ? ਵਾਰਿਸ ਸ਼ਾਹ ਤੇ ਬੁੱਲ੍ਹੇ ਸ਼ਾਹ। ਅਤੇ ਇਸੇ ਤਰ੍ਹਾਂ ਹੀ ਉਹ ਆਪਣੀਆਂ ਕਵਿਤਾਵਾਂ ਵੀ ਇਸ ਤਰ੍ਹਾਂ ਲਿਖਣਾ ਚਾਹੁੰਦਾ ਹੈ ਕਿ ਉਹ ਵੀ ਪੂਰੀ ਤਰ੍ਹਾਂ ਪੰਜਾਬੀ ਭਾਸ਼ਾ ਅੰਦਰ ਰੰਗਿਆ ਜਾਵੇ। ਕਵੀ ਮੁੱਢ ਤੋਂ ਹੀ ਕੀ ਉਮੰਗ ਰੱਖਦਾ ਹੈ? ਮੁੱਢ ਤੋਂ ਕੀ ਉਮੰਗ ਰੱਖਦਾ ਹੈ? ਕਵੀ ਮੁੱਢ ਤੋਂ ਹੀ ਇਹ ਉਮੰਗ ਰੱਖਦਾ ਹੈ ਕਿ ਪੰਜਾਬੀ ਬੋਲੀ ਨੂੰ ਸਾਰੇ ਦੇਸ਼ ਅੰਦਰ ਮਾਣ ਅਤੇ ਸਤਿਕਾਰ ਮਿਲੇ। ਹਾਂਜੀ, ਮੁੱਢ ਤੋਂ ਲਿਖਿਆ ਨਾ, ਆਸ਼ਿਕ ਮੁੱਢੋਂ ਮੈਂ ਇਸ ਉਮੰਗ ਦਾ ਹਾਂ, ਕਿ ਮੁੱਢ ਤੋਂ, ਮੁੱਢ ਮਤਲਬ ਸ਼ੁਰੂ ਤੋਂ ਕਿਸ ਚੀਜ਼ ਦੀ ਇੱਛਾ ਰੱਖ ਰਿਹਾ ਹੈ ਕਿ ਪੰਜਾਬੀ ਭਾਸ਼ਾ ਨੂੰ ਦੇਸ਼ ਅੰਦਰ ਮਾਣ ਅਤੇ ਸਤਿਕਾਰ ਹਾਸਲ ਹੋਵੇ। ਹਾਂਜੀ, ਇਸ ਤੋਂ ਬਾਅਦ ਫਿਰੋਜ਼ਦੀਨ ਸ਼ਰਫ ਦੀ ਦੂਸਰੀ ਕਵਿਤਾ ਹੈ ਪੰਜਾਬ ਦਾ ਗੀਤ। ਪੰਜਾਬ ਦਾ ਗੀਤ ਆਪਣੇ ਸਿਲੇਬਸ ਵਿੱਚ ਨਹੀਂ ਹੈ, ਇਸ ਕਰਕੇ ਇਸ ਨੂੰ ਆਪਾਂ ਕ੍ਰੋਸ ਕਰ ਦਾਂਗੇ, ਆਪਾਂ ਇਹ ਕਵਿਤਾ ਨਹੀਂ ਕਰਾਂਗੇ। ਹਾਂਜੀ, ਹੁਣ ਆਪਾਂ ਮੈਂ ਪੰਜਾਬ ਦਾ ਰਹਿਣ ਵਾਲਾ, ਇਹਦੇ ਨਾਲ ਸੰਬੰਧਿਤ ਹੋਰ ਪ੍ਰਸ਼ਨ ਉੱਤਰ ਆਪਾਂ ਕਰਾਂਗੇ। ਇਹਦੇ ਵਿੱਚ ਹਾਂਜੀ, ਫਿਰੋਜ਼ਦੀਨ ਸ਼ਰਫ ਦੀ ਹੇਠ ਲਿਖਿਆਂ ਵਿੱਚੋਂ ਕਿਹੜੀ ਕਵਿਤਾ ਸਾਡੇ ਆਪਣੇ ਸਿਲੇਬਸ ਵਿੱਚ ਦਰਜ ਹੈ? ਸਭ ਤੋਂ ਵੱਡਾ ਜੁਰਮ, ਚੰਦਰੇ ਹਨੇਰੇ, ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ, ਰੁੱਖ। ਕਿਹੜੀ ਕਵਿਤਾ ਦਰਜ ਹੈ? ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ। ਫਿਰੋਜ਼ਦੀਨ ਸ਼ਰਫ ਕਿਸ ਬੋਲੀ ਦੀ ਹਮੇਸ਼ਾ ਖੈਰ ਮੰਗਦਾ ਹੈ? ਕਿਸ ਬੋਲੀ ਦੀ ਮੰਗਦਾ ਹੈ? ਹਿੰਦੀ ਦੀ, ਅੰਗਰੇਜ਼ੀ ਦੀ, ਪੰਜਾਬੀ ਦੀ, ਉਰਦੂ ਦੀ। ਕਿਸ ਬੋਲੀ ਦੀ ਖੈਰ ਮੰਗਦਾ? ਖੈਰ ਮਤਲਬ ਤੰਦਰੁਸਤੀ ਮੰਗਦਾ ਹੈ, ਪੰਜਾਬੀ ਦੀ। ਮਿਲੇ ਮਾਣ ਪੰਜਾਬੀ ਨੂੰ ਕਵਿਤਾ ਵਿੱਚ ਕਿਹੜੇ ਕਿਹੜੇ ਕਵੀਆਂ ਦਾ ਜ਼ਿਕਰ ਆਇਆ ਹੈ? ਇਹਦੇ ਵਿੱਚ ਕਿਹੜੇ ਕਿਹੜੇ ਕਵੀਆਂ ਦਾ ਜ਼ਿਕਰ ਆਇਆ ਹੈ? ਵਾਰਿਸ ਸ਼ਾਹ ਤੇ ਬੁੱਲ੍ਹੇ ਸ਼ਾਹ। ਕਿਹੜੇ ਕਿਹੜੇ ਕਵੀ? ਵਾਰਿਸ ਸ਼ਾਹ ਤੇ ਬੁੱਲ੍ਹੇ ਸ਼ਾਹ। ਪੰਜਾਬ ਕਵਿਤਾ ਵਿੱਚ ਕਵੀ ਸ਼ਰਫ ਨੇ ਪੰਜਾਬ ਦੇ ਸੁਹੱਪਣ ਦੀ ਤੁਲਨਾ ਕਿਸ ਫੁੱਲ ਨਾਲ ਕੀਤੀ ਹੈ? ਇਹ ਦੂਸਰੀ ਕਵਿਤਾ ਦੇ ਵਿੱਚੋਂ ਹੈ, ਇਹ ਕੁਐਸਚਨ ਨਹੀਂ ਕਰਨੇ, ਇਹਨਾਂ ਵਿੱਚੋਂ ਪਹਿਲੇ 3 ਹੀ ਪ੍ਰਸ਼ਨ ਹੋਣਗੇ। ਹਾਂਜੀ, ਇਸ ਤੋਂ ਬਾਅਦ ਹੋਰ ਛੋਟੇ ਪ੍ਰਸ਼ਨ ਹੈਗੇ ਆ। ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਕਵਿਤਾ ਕਿਸ ਦੀ ਲਿਖੀ ਹੋਈ ਹੈ? ਕਿਸ ਦੀ ਲਿਖੀ ਹੋਈ ਹੈ? ਫਿਰੋਜ਼ਦੀਨ ਸ਼ਰਫ ਦੀ। ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਕਵਿਤਾ ਕਿਸ ਦੀ ਲਿਖੀ ਹੋਈ ਹੈ? ਫਿਰੋਜ਼ਦੀਨ ਸ਼ਰਫ ਦੀ। ਸ਼ਰਫ ਕਿਸ ਨਾਲ ਦਿਲੋਂ ਪਿਆਰ ਕਰਦਾ ਹੈ? ਸ਼ਰਫ ਮਾਂ ਬੋਲੀ ਪੰਜਾਬੀ ਨਾਲ ਦਿਲੋਂ ਪਿਆਰ ਕਰਦਾ ਹੈ। ਪੰਜਾਬੀ ਬੋਲੀ ਦੀ ਹਮੇਸ਼ਾ ਖੈਰ ਕੌਣ ਮੰਗਦਾ ਹੈ? ਕੌਣ ਮੰਗਦਾ ਹੈ? ਫਿਰੋਜ਼ਦੀਨ ਸ਼ਰਫ। ਹਾਂਜੀ, ਇਸ ਤੋਂ ਬਾਅਦ ਹੋਰ ਇਹਦੇ ਨਾਲ ਸੰਬੰਧਿਤ ਪ੍ਰਸ਼ਨ ਹੈ। ਵੱਡਾ ਪ੍ਰਸ਼ਨ ਹੈ, ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਕਵਿਤਾ ਤੋਂ ਨੈਤਿਕ ਸਿੱਖਿਆ ਕੀ ਨੈਤਿਕ ਸਿੱਖਿਆ ਮਿਲਦੀ ਹੈ? ਹਾਂਜੀ, ਇਹ ਵੱਡਾ ਪ੍ਰਸ਼ਨ ਤੁਹਾਨੂੰ ਆਸਕਦਾ ਹੈ, ਧਿਆਨ ਨਾਲ ਸੁਣਿਓ। ਫਿਰੋਜ਼ਦੀਨ ਸ਼ਰਫ ਦੀ ਕਵਿਤਾ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਤੋਂ ਸਾਨੂੰ ਇਹ ਨੈਤਿਕ ਸਿੱਖਿਆ ਮਤਲਬ ਮੋਰਲ ਵੈਲਿਊ, ਕੀ ਨੈਤਿਕ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਨੂੰ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਹੈ। ਇਸ ਦੇ ਮਾਣ ਸਨਮਾਨ ਵਿੱਚ ਵਾਧਾ ਕਰਨ ਵਿੱਚ ਸਾਡਾ ਬਹੁਤ ਵੱਡਾ ਹੱਥ ਹੈ। ਕਹਿੰਦੇ ਕਿਸੇ ਵੀ ਚੀਜ਼ ਨੂੰ ਆਪਾਂ, ਕਿਸੇ ਵੀ ਭਾਸ਼ਾ ਨੂੰ ਮਾਣ ਅਤੇ ਸਤਿਕਾਰ ਫੇਰ ਹਾਸਲ ਦਵਾ ਸਕਦੇ ਹਾਂ, ਉਹ ਸਾਡੇ ਆਪਣੇ ਹੱਥ ਵਿੱਚ ਹੈ, ਜੇ ਅਸੀਂ ਉਸ ਬੋਲੀ ਦਾ ਸਤਿਕਾਰ ਕਰਾਂਗੇ, ਉਸ ਬੋਲੀ ਦੀ ਵਰਤੋਂ ਕਰਾਂਗੇ।
ਜੇ ਹੁਣ ਆਪਾਂ ਪੰਜਾਬ ਵਿੱਚ ਰਹਿ ਕੇ ਪੰਜਾਬੀ ਨਾ ਬੋਲ ਕੇ ਆਪਾਂ ਹਿੰਦੀ ਜਾਂ ਅੰਗਰੇਜ਼ੀ ਬੋਲ ਕੇ ਤਾਂ ਆਪਾਂ ਫਿਰ ਕਿਸ ਭਾਸ਼ਾ ਦਾ ਮਾਣ ਵਧਾ ਰਹੇ ਹਾਂ? ਆਪਾਂ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦਾ ਮਾਣ ਵਧਾ ਰਹੇ ਹਾਂ। ਆਪਾਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਭਾਸ਼ਾ ਨੂੰ ਵਸਾਰ ਰਹੇ ਹਾਂ। ਇਸ ਤਰ੍ਹਾਂ ਵਸਾਰ ਰਹੇ ਹਾਂ ਜਿਸ ਤਰ੍ਹਾਂ ਆਪਾਂ ਆਪਣੀ ਮਾਂ ਦਾ ਸਤਿਕਾਰ ਨਾ ਕਰਕੇ ਆਪਾਂ ਆਪਣੀ ਮਾਸੀ ਦਾ ਸਤਿਕਾਰ ਕਰਦੇ ਹੋਈਏ। ਜੇਕਰ ਅਸੀਂ ਹੀ ਆਪਣੀ ਮਾਂ ਬੋਲੀ ਦਾ ਸਤਿਕਾਰ ਨਹੀਂ ਕਰਾਂਗੇ ਤਾਂ ਅਸੀਂ ਕਿਸੇ ਕੋਲੋਂ ਇਹ ਆਸ ਨਹੀਂ ਰੱਖ ਸਕਦੇ। ਇਸ ਕਵਿਤਾ ਵਿੱਚ ਕਵੀ ਨੇ ਇਹ ਵੀ ਦੱਸਣ ਦਾ ਯਤਨ ਕੀਤਾ ਹੈ ਕਿ ਭਾਵੇਂ ਉਸ ਨੂੰ ਕਿੰਨੀਆਂ ਹੀ ਭਾਸ਼ਾਵਾਂ ਦਾ ਗਿਆਨ ਹੈ, ਪਰ ਆਪਣੀ ਮਾਂ ਬੋਲੀ ਪੰਜਾਬੀ ਨਾਲ ਉਸ ਨੂੰ ਅਥਾਹ ਪਿਆਰ ਹੈ। ਉਹ ਚਾਹੁੰਦਾ ਹੈ ਕਿ ਪੰਜਾਬੀ ਨੂੰ ਪੂਰੇ ਦੇਸ਼ ਵਿੱਚ ਮਾਣ ਸਤਿਕਾਰ ਮਿਲੇ। ਇਸ ਲਈ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਗੱਲਬਾਤ ਦੀ ਬੋਲੀ ਬਣਾਈਏ ਤਾਂ ਕਿ ਇਸ ਦੀ ਵੱਧ ਤੋਂ ਵੱਧ ਇਸ ਦਾ ਵਿਸਥਾਰ ਹੋ ਸਕੇ, ਇਸ ਦੀ ਵੱਧ ਤੋਂ ਵੱਧ ਵਰਤੋਂ ਹੋ ਸਕੇ। ਜਦੋਂ ਅਸੀਂ ਆਪਸ ਦੇ ਵਿੱਚ ਕੋਈ ਗੱਲਬਾਤ ਕਰਨੀ ਹੈ ਤਾਂ ਅਸੀਂ ਵਿਚਾਰ ਵਟਾਂਦਰਾ ਸਾਂਝਾ ਕਰਨ ਲਈ ਕਿਹੜੀ ਭਾਸ਼ਾ ਦੀ ਵਰਤੋਂ ਕਰੀਏ? ਅਸੀਂ ਵੱਧ ਤੋਂ ਵੱਧ ਪੰਜਾਬੀ ਭਾਸ਼ਾ ਦੀ ਵਰਤੋਂ ਕਰੀਏ। ਇਸ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਦੇ ਨਾਲ ਹੀ ਜਦੋਂ ਅਸੀਂ ਪੰਜਾਬੀ ਬੋਲਾਂਗੇ ਤਾਂ ਅਗਲਾ ਵੀ ਸਾਡੇ ਨਾਲ ਪੰਜਾਬੀ ਬੋਲੇਗਾ। ਸਾਨੂੰ ਇਸ ਗੱਲ ਦਾ ਹਮੇਸ਼ਾ ਫਖਰ ਮਹਿਸੂਸ ਹੋਣਾ ਚਾਹੀਦਾ ਹੈ, ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ ਅਤੇ ਅਸੀਂ ਪੰਜਾਬੀ ਭਾਸ਼ਾ ਦੇ ਨਾਲ ਪਿਆਰ ਕਰਦੇ ਹਾਂ। ਕਵੀ ਇਸ ਗੱਲ ਨੂੰ ਕਹਿਣ ਤੋਂ ਕਦੇ ਵੀ ਨਹੀਂ ਸੰਗਦਾ। ਉਹ ਇਸ ਗੱਲ ਵਿੱਚ ਮਾਣ ਹਾਸਲ ਕਰਦਾ ਹੈ। ਉਹ ਬੜੇ ਮਾਣ ਨਾਲ ਸਭ ਨੂੰ ਕਹਿੰਦਾ ਹੈ ਕਿ ਮੈਂ ਪੰਜਾਬ ਦਾ ਰਹਿਣ ਵਾਲਾ ਹਾਂ ਅਤੇ ਮੈਨੂੰ ਪੰਜਾਬੀ ਭਾਸ਼ਾ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ। ਇਸ ਲਈ ਸਾਨੂੰ ਵੀ ਇਹ ਜਦੋਂ ਜੇ ਅਸੀਂ ਪੰਜਾਬੀ ਭਾਸ਼ਾ ਨੂੰ ਮਾਣ ਅਤੇ ਸਤਿਕਾਰ ਦਿਵਾਉਣਾ ਹਾਸਲ ਕਰਨਾ ਚਾਹੁੰਦੇ ਹਾਂ ਅਤੇ ਕੇਵਲ ਇੱਕ ਦੇ ਨਾਲ ਹੀ ਇਹ ਸੰਭਵ ਨਹੀਂ, ਬਲਕਿ ਸਾਨੂੰ ਸਾਰਿਆਂ ਨੂੰ ਹੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਅੱਗੇ ਲੈ ਕੇ ਆਈਏ ਅਤੇ ਇਸ ਨੂੰ ਅਸੀਂ ਆਪਣੇ ਪੂਰੇ ਦੇਸ਼ ਵਿੱਚ ਮਾਣ ਅਤੇ ਸਤਿਕਾਰ ਹਾਸਲ ਦਵਾਈਏ। ਹਾਲੇ ਤਾਂ ਪੰਜਾਬੀ ਭਾਸ਼ਾ ਨੂੰ ਪੰਜਾਬ ਦੇ ਵਿੱਚ ਹੀ ਮਾਣ ਨਹੀਂ ਮਿਲ ਰਿਹਾ ਅਤੇ ਕਵੀ ਚਾਹੁੰਦਾ ਹੈ ਕਿ ਪੰਜਾਬੀ ਭਾਸ਼ਾ ਦਾ ਪੂਰੇ ਦੇਸ਼ ਵਿੱਚ ਮਾਣ ਅਤੇ ਸਤਿਕਾਰ ਹਾਸਲ ਹੋਵੇ। ਇਹ ਫਿਰ ਹੀ ਸੰਭਵ ਹੈ ਜੇ ਅਸੀਂ ਆਪਣੇ ਵਿਚਾਰ ਵਟਾਂਦਰੇ ਦੇ ਲਈ ਅਸੀਂ ਪੰਜਾਬੀ ਭਾਸ਼ਾ ਦਾ ਪ੍ਰਯੋਗ ਕਰੀਏ ਅਤੇ ਪੰਜਾਬੀ ਬੋਲਣ ਤੋਂ ਅਸੀਂ ਕਦੇ ਵੀ ਨਾ ਸਮਝੀਏ। ਇਸ ਤਰ੍ਹਾਂ ਬੱਚੇ, ਤੁਹਾਡੀਆਂ ਜਿਹੜੀਆਂ ਸਿਲੇਬਸ ਦੇ ਵਿੱਚ 4 ਕਵਿਤਾਵਾਂ ਸੀ ਉਹ ਅੱਜ ਆਪਣੀਆਂ ਸਿਲੇਬਸ ਦੇ ਵਿੱਚ ਪੂਰੀਆਂ ਹੋ ਚੁੱਕੀਆਂ ਹਨ। ਕਿਹੜੀ ਕਵਿਤਾ ਸੀ? ਸਭ ਤੋਂ ਪਹਿਲੀ ਕਵਿਤਾ ਸਾਹਿਤਕ ਕਿਰਨਾਂ ਦੇ ਵਿੱਚ ਸੀ ਬਾਬਾ ਫਰੀਦ ਜੀ ਦੇ ਸ਼ਲੋਕ। ਬਾਬਾ ਫਰੀਦ ਜੀ ਦੇ ਸ਼ਲੋਕ ਉਹਨਾਂ ਵਿੱਚੋਂ ਆਉਂਦੇ ਸੀ ਫਰੀਦਾ ਜੇਤੂ ਅਕਲ ਲਤੀਫ। ਇਹ ਸ਼ਲੋਕ 7 ਸ਼ਲੋਕ ਹੈ। 7 ਸ਼ਲੋਕ ਤੁਹਾਨੂੰ ਯਾਦ ਹੋਣੇ ਚਾਹੀਦੇ, ਉਹਨਾਂ ਦਾ ਸਾਰ ਅਰਥ ਅਤੇ ਉਹਨਾਂ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਦੂਸਰੀ ਕਵਿਤਾ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿੰਮਲ ਰੁੱਖ ਸਰਾਇਰਾ। ਕਿਹੜੀ ਹੈ? ਸਿੰਮਲ ਰੁੱਖ ਸਰਾਇਰਾ। ਉਹਨਾਂ ਵਿੱਚੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਕਵਿਤਾ ਸਿਰਫ ਸਿੰਮਲ ਰੁੱਖ ਸਰਾਇਰਾ ਹੀ ਆਪਣੇ ਸਿਲੇਬਸ ਵਿੱਚ ਹੈ ਤਾਂ ਆਪਾਂ ਉਹ ਕਰਨੀ ਹੈ। ਦੁੱਖ ਦਾਰੂ ਸੁੱਖ ਰੋਗ ਪਿਆ ਉਹ ਆਪਣਾ ਸਿਲੇਬਸ ਦੇ ਵਿੱਚ ਨਹੀਂ ਹੈ, ਇਸ ਕਰਕੇ ਆਪਾਂ ਉਸ ਨੂੰ ਨਹੀਂ ਕਰਨੀ ਗੀ। ਆਪਾਂ ਸਿੰਮਲ ਰੁੱਖ ਸਰਾਇਰਾ ਦੇ ਆਧਾਰ 'ਤੇ ਜਿਹੜੇ ਪ੍ਰਸ਼ਨ ਉੱਤਰ ਆ, ਜਿਹੜੇ ਪ੍ਰਸ਼ਨ ਉੱਤਰ ਆਉਂਦੇ ਸਿਰਫ ਆਪਾਂ ਉਹਨਾਂ ਨੂੰ ਹੀ ਯਾਦ ਕਰਨਾ ਅਤੇ ਕਵਿਤਾ ਦੇ ਭਾਵ ਅਰਥ ਯਾਦ ਕਰਨੀ ਹੈ। ਤੀਸਰੀ ਕਵਿਤਾ ਹੈ ਭਾਈ ਵੀਰ ਸਿੰਘ ਜੀ ਦੀ ਸਮਾਂ। ਭਾਈ ਵੀਰ ਸਿੰਘ ਜੀ ਦੀ ਸਮਾਂ ਕਵਿਤਾ ਨੂੰ ਧਿਆਨ ਨਾਲ, ਬਹੁਤ ਸੌਖੀ ਕਵਿਤਾ ਹੈ, ਬਹੁਤ ਧਿਆਨ ਨਾਲ ਉਸ ਨੂੰ ਪੜ੍ਹਨਾ ਹੈ ਅਤੇ ਉਸ ਦੇ ਨਾਲ ਸੰਬੰਧਿਤ ਪ੍ਰਸ਼ਨ, ਜੇ ਸਾਨੂੰ ਕਵਿਤਾ ਦਾ ਮਤਲਬ ਸਾਰਾ ਪਤਾ ਲੱਗ ਜਾਂਦਾ ਹੈ ਤਾਂ ਅਸੀਂ ਉਸ ਨਾਲ ਸੰਬੰਧਿਤ ਪ੍ਰਸ਼ਨ ਉੱਤਰਾਂ ਦੇ ਜਵਾਬ ਅਸੀਂ ਆਪਣੇ ਆਪ ਵੀ ਦੇ ਸਕਦੇ ਹਾਂ। ਅਤੇ ਸਭ ਤੋਂ ਚੌਥੀ ਕਵਿਤਾ ਹੈ ਫਿਰੋਜ਼ਦੀਨ ਸ਼ਰਫ ਦੀ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ। ਇਹਦੇ ਵਿੱਚੋਂ ਵੀ ਜਿਹੜੀ ਦੂਸਰੀ ਕਵਿਤਾ ਹੈ ਉਹ ਸਾਡੇ ਸਿਲੇਬਸ ਦੇ ਵਿੱਚ ਨਹੀਂ ਹੈ। ਪੰਜਾਬ ਦਾ ਗੀਤ ਜਿਹੜੀ ਹੈ ਉਹ ਕਵਿਤਾ ਸਾਡੇ ਸਿਲੇਬਸ ਵਿੱਚ ਨਹੀਂ ਹੈ। ਇਹਦੇ ਵਿੱਚੋਂ ਸਿਰਫ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਇਹੀ ਕਵਿਤਾ ਸਾਡੇ ਸਿਲੇਬਸ ਵਿੱਚ ਅਸੀਂ ਇਹ ਪੜ੍ਹ ਕਰਾਂਗੇ। ਤੁਹਾਡੇ ਸਿਲੇਬਸ ਵਿੱਚ ਸਾਹਿਤਕ ਕਿਰਨਾਂ ਵਿੱਚ 4 ਕਵਿਤਾਵਾਂ ਸੀ ਜਿਹੜੀਆਂ ਕਿ ਅੱਜ ਮੈਂ ਸਾਰੀਆਂ ਪੂਰੀਆਂ ਹੋ ਗਈਆਂ ਹੋਈਆਂ ਹਨ। ਤੁਸੀਂ ਇਹਨਾਂ 4 ਕਵਿਤਾਵਾਂ ਨੂੰ ਧਿਆਨ ਨਾਲ ਪੜ੍ਹਨਾ ਹੈ, ਇਹਨਾਂ ਕਵਿਤਾ ਦੇ ਸਾਰ ਅਰਥ ਯਾਦ ਕਰਨੇ ਹੈ ਅਤੇ ਉਸ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਕਰਨੇ ਹੈ। ਇਸ ਤੋਂ ਬਾਅਦ ਆਪਾਂ ਅਗਲੀ ਕਲਾਸ ਦੇ ਵਿੱਚ ਇਸ ਦਾ ਸਾਹਿਤਕ ਕਿਰਨਾਂ ਭਾਗ 1 ਦੇ ਵਿੱਚੋਂ ਹੁਣ ਆਪਾਂ ਵਾਰਤਕ ਭਾਗ ਸ਼ੁਰੂ ਕਰਾਂਗੇ। ਕਵਿਤਾ ਵਾਲਾ ਭਾਗ ਆਪਣਾ ਖਤਮ ਹੋ ਚੁੱਕਿਆ ਹੋਇਆ, ਫਿਰ ਇਸ ਤੋਂ ਬਾਅਦ ਇਸ ਦੀ ਰਿਵੀਜ਼ਨ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਸ ਦਾ ਵਾਰਤਕ ਭਾਗ ਸਟਾਰਟ ਕਰਾਂਗੇ। ਇਹਨਾਂ ਸਾਰੀਆਂ ਕਵਿਤਾਵਾਂ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਹੈ। ਇਹਨਾਂ ਕਵਿਤਾਵਾਂ ਸੰਬੰਧੀ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਕੁਛ ਚੀਜ਼ ਪੁੱਛਣਾ ਹੈ, ਤੁਸੀਂ ਕਦੇ ਵੀ ਮੇਰੇ ਕੋਲੋਂ ਵੀ ਬਾਈ ਫੋਨ ਪੁੱਛ ਸਕਦੇ ਹੋ। ਧੰਨਵਾਦ ਬੇਟੇ। ਚੰਗੀ ਤਰ੍ਹਾਂ ਪੜ੍ਹਨਾ ਹੈ। ਜਿਹੜਿਆਂ ਵੀ ਸਿਲੇਬਸ ਤੁਹਾਨੂੰ ਕਰਵਾਇਆ ਜਾ ਰਿਹਾ ਹੈ ਇਸ ਨੂੰ ਨਾਲੋਂ ਨਾਲ ਰਿਵੀਜ਼ਨ ਕਰੀ ਚੱਲੋ ਤਾਂ ਕਿ ਤੁਹਾਨੂੰ ਅੱਗੇ ਆ ਕੇ ਇਸ ਦੀ ਪ੍ਰੋਬਲਮ ਨਾ ਆਵੇ। ਧੰਨਵਾਦ ਬੇਟੇ।